ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਛਾਪੀ ਹੋਈ 9ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਕ ਕਿਰਨਾਂ ਭਾਗ ਪਹਿਲਾ ਵਿੱਚੋਂ ਇੱਕ ਕਵਿਤਾ ਦਾ ਅਧਿਐਨ ਕਰਾਂਗੇ। ਇਸ ਕਵਿਤਾ ਦਾ ਸਿਰਲੇਖ ਹੈ ਸਮਾਂ ਅਤੇ ਇਸ ਦੇ ਕਵੀ ਹਨ ਭਾਈ ਵੀਰ ਸਿੰਘ ਜੀ। ਕਵਿਤਾ ਦਾ ਅਧਿਐਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਭਾਈ ਵੀਰ ਸਿੰਘ ਜੀ ਬਾਰੇ ਕੁਝ ਜਾਣਕਾਰੀ ਦੇਣਾ ਚਾਹਾਂਗੀ। ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਹੀ ਪੜ੍ਹਿਆ ਸੀ ਕਿ ਬਾਬਾ ਫਰੀਦ ਜੀ ਨੂੰ ਪੰਜਾਬੀ ਕਵਿਤਾ ਦਾ ਮੋਢੀ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਿਹਾ ਜਾਂਦਾ ਹੈ। ਆਧੁਨਿਕ ਪੰਜਾਬੀ ਕਵਿਤਾ ਉਹ ਕਵਿਤਾ ਹੈ ਜਿਹੜੀ ਆਧੁਨਿਕਤਾ ਦੇ ਪ੍ਰਭਾਵ ਅਧੀਨ ਰਚੀ ਗਈ। ਜਦੋਂ ਪੰਜਾਬੀ ਕਵਿਤਾ ਨੇ ਧਾਰਮਿਕ ਵਲਗਣਾ ਨੂੰ ਛੱਡ ਕੇ ਅਤੇ ਸ਼ਬਦਾਵਲੀ ਦੇ ਪੱਖੋਂ ਵੀ ਆਧੁਨਿਕ ਰੂਪ ਧਾਰਨ ਕੀਤਾ ਤਾਂ ਉਦੋਂ ਉਹ ਆਧੁਨਿਕ ਪੰਜਾਬੀ ਕਵਿਤਾ ਅਖਵਾਈ। ਇਹ ਮੁੱਖ ਰੂਪ ਵਿੱਚ 20ਵੀਂ ਸਦੀ ਦੇ ਆਸ-ਪਾਸ ਸ਼ੁਰੂ ਹੁੰਦੀ ਹੈ। ਤਾਂ ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ। ਉਹ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸਨ। ਉਹਨਾਂ ਦੀ ਕਵਿਤਾ ਵਿਚਾਰ ਦੀ ਕਵਿਤਾ ਹੈ। ਹੁਣ ਵਿਚਾਰ ਦੀ ਕਵਿਤਾ ਭਾਵ ਵਿਚਾਰ ਪ੍ਰਦਾਨ, ਜਿਸ ਵਿੱਚ ਕੋਈ ਨਾ ਕੋਈ ਥਾਟ ਵਿਚਾਰ ਮਿਲਦੇ ਨੇ। ਇੱਕ ਕਵਿਤਾ ਹੁੰਦੀ ਹੈ ਜਿਹਦੇ 'ਚ ਕਿਸੇ ਨਾ ਕਿਸੇ ਜਗ੍ਹਾ ਦਾ ਡਿਸਕ੍ਰਿਪਸ਼ਨ ਹੈ, ਕਿਸੇ ਵਿਅਕਤੀ ਦਾ ਡਿਸਕ੍ਰਿਪਸ਼ਨ ਹੈ, ਪਰ ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਜ਼ਿਆਦਾ ਵਿਚਾਰਾਂ ਦੀ ਪ੍ਰਧਾਨਤਾ ਹੈ ਅਤੇ ਉਹਨਾਂ ਦੀ ਕਵਿਤਾ ਮੁੱਖ ਤੌਰ 'ਤੇ ਗੁਰਬਾਣੀ ਤੋਂ ਪ੍ਰਭਾਵਿਤ ਵੀ ਹੈ। ਉਹ ਆਪਣੀ ਕਵਿਤਾ ਵਿੱਚ ਫਰਸ਼ ਤੋਂ ਉੱਠ ਕੇ ਅਰਸ਼ 'ਤੇ ਪਹੁੰਚਣ ਵਾਲੇ ਵਿਚਾਰ ਨੂੰ ਪੇਸ਼ ਕਰਦੇ ਹਨ, ਮਤਲਬ ਬਿਲਕੁਲ ਥੱਲੋਂ ਉੱਠ ਕੇ ਉੱਪਰ ਵੱਲ ਜਾਣ ਨੂੰ। ਸਿੱਖ ਵਿਚਾਰਧਾਰਾ ਅਤੇ ਭਾਰਤੀ ਏਕਤਾ ਨੂੰ ਆਪਣੀ ਕਵਿਤਾ ਵਿੱਚ ਪ੍ਰਗਟਾਉਂਦੇ ਹੋਏ ਪ੍ਰਕਿਰਤੀ ਨੂੰ ਅਧਿਆਤਮਿਕ ਵਿਚਾਰ ਪੇਸ਼ ਕਰਨ ਦੇ ਮਾਧਿਅਮ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਅਧਿਆਤਮਿਕ ਹੁੰਦਾ ਜਿਹੜਾ ਧਰਮ ਨਾਲ ਸੰਬੰਧਿਤ ਹੋਵੇ ਜਾਂ ਮੈਡੀਟੇਸ਼ਨ ਜਿਹਨੂੰ ਕਹਿ ਸਕਦੇ ਹਾਂ ਅਸੀਂ, ਉਹਦੇ ਨਾਲ ਸੰਬੰਧਿਤ ਹੋਵੇ। ਤਾਂ ਕੁਦਰਤ ਵਿੱਚ ਉਹ ਕਾਦਰ ਦਾ ਸਰੂਪ ਦੇਖਦੇ ਹਨ, ਕੁਦਰਤ ਵਿੱਚ ਹੀ ਉਹ ਪਰਮਾਤਮਾ ਦਾ ਸਰੂਪ ਦੇਖਦੇ ਹਨ। ਭਾਈ ਸਾਹਿਬ ਨੇ ਨੰਦ ਭਰਜਾਈ, ਰਾਣਾ ਸੂਰਤ ਸਿੰਘ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਪ੍ਰੀਤ ਵੀਣਾ, ਕੰਬਦੀ ਕਲਾਈ, ਮੇਰੇ ਸਾਈਆਂ ਜੀਓ ਅਤੇ ਕਈ ਹੋਰ ਕਾਵਿ ਪੁਸਤਕਾਂ ਦੀ ਰਚਨਾ ਕੀਤੀ। ਤਾਂ ਅਸੀਂ ਅੱਜ ਉਹਨਾਂ ਦੀ ਕਵਿਤਾ ਪੜ੍ਹ ਰਹੇ ਹਾਂ ਸਮਾਂ। ਇਸ ਕਵਿਤਾ ਰਾਹੀਂ ਕਵੀ ਨੇ ਸਾਨੂੰ ਸਮੇਂ ਦੀ ਕਦਰ ਕਰਨ ਦੀ ਨਸੀਹਤ ਦਿੱਤੀ ਹੈ ਕਿ ਕਿਸ ਤਰ੍ਹਾਂ ਸਾਨੂੰ ਸਮੇਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜਾ ਸਮਾਂ ਇੱਕ ਵਾਰੀ ਲੰਘ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ। ਤਾਂ ਆਓ ਇਸ ਕਵਿਤਾ ਨੂੰ ਪੜ੍ਹੀਏ ਅਤੇ ਸਮੇਂ ਦੀ ਮਹੱਤਤਾ ਨੂੰ ਪਹਿਚਾਨੀਏ ਅਤੇ ਜਾਣੀਏ। ਹਾਂਜੀ, ਕਵਿਤਾ ਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਇਸ ਦਾ ਪਾਠ ਕਰਾਂਗੀ, ਉਸ ਤੋਂ ਬਾਅਦ ਅਸੀਂ ਇਸ ਦੇ ਸ਼ਬਦ ਅਰਥਾਂ ਨੂੰ ਸਮਝਾਂਗੇ। ਠੀਕ ਹੈ। ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ, ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ। ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਵਦਾ। ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ। ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਤਾਂ ਇੱਕ ਬਹੁਤ ਹੀ ਛੋਟੀ ਕਵਿਤਾ ਹੈ ਜਿਸ ਨੂੰ ਅਸੀਂ ਨਿੱਕੀ ਕਵਿਤਾ ਵੀ ਕਹਿ ਸਕਦੇ ਹਾਂ। ਅਤੇ ਇਸ ਵਿੱਚ ਭਾਈ ਵੀਰ ਸਿੰਘ ਜੀ ਨੂੰ ਇਸੇ ਕਰਕੇ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਲੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਥੋੜ੍ਹੀਆਂ ਸਤਰਾਂ ਵਿੱਚ ਹੀ ਇੰਨੀ ਵੱਡੀ ਗੱਲ ਕਰ ਜਾਂਦੇ ਸੀ ਕਿ ਸਾਨੂੰ ਐਵੇਂ ਲੱਗਦਾ ਸੀ ਜਿਸ ਤਰ੍ਹਾਂ ਇੱਕ ਛੋਟੇ ਜਿਹੇ ਕੁੱਜੇ ਵਿੱਚ ਇੱਕ ਵੱਡਾ ਸਮੁੰਦਰ ਬੰਦ ਕਰ ਦਿੱਤਾ ਗਿਆ ਹੋਵੇ। ਤਾਂ ਆਓ ਹੁਣ ਇਸ ਕਵਿਤਾ ਦੇ ਅਰਥ ਸਮਝਦੇ ਹਾਂ। ਪਹਿਲੀਆਂ ਲਾਈਨਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ। ਤਾਂ ਉਹ ਦੱਸ ਰਹੇ ਨੇ ਕਿ ਮੈਂ ਕਿਸ ਤਰ੍ਹਾਂ ਸਮੇਂ ਨੂੰ ਰੋਕਣ ਦਾ ਬਹੁਤ ਯਤਨ ਕੀਤਾ, ਬਹੁਤ ਕੋਸ਼ਿਸ਼ ਕੀਤੀ। ਮੈਂ ਸਮੇਂ ਦੀਆਂ ਮਿੰਨਤਾਂ ਵੀ ਕੀਤੀਆਂ। ਵਾਸਤੇ ਕਤਨਾ ਮਤਲਬ ਮਿੰਨਤਾਂ ਕਰਨਾ, ਤਰਲੇ ਕਰਨਾ, ਵਾਸਤੇ ਪਾਉਣਾ। ਮੈਂ ਸਮੇਂ ਅੱਗੇ ਬਹੁਤ ਤਰਲਾ ਮਿੰਨਤਾਂ ਕੀਤੀਆਂ, ਉਸ ਅੱਗੇ ਵਾਸਤੇ ਪਾਏ, ਪਰ ਸਮੇਂ ਨੇ ਮੇਰੀ ਇੱਕ ਵੀ ਨਹੀਂ ਸੁਣੀ। ਉਹ ਤੁਰਦਾ ਹੀ ਗਿਆ। ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਅਤੇ ਫਿਰ ਮੈਂ ਸਮੇਂ ਨੂੰ ਫੜ ਫੜ ਕੇ, ਤਰੀਕਣਾ ਮਤਲਬ ਖਿੱਚਣਾ, ਸਮੇਂ ਨੂੰ ਖਿੱਚ ਕੇ ਰੱਖਣ ਦੀ ਵੀ ਕੋਸ਼ਿਸ਼ ਕੀਤੀ। ਜਿਵੇਂ ਬੱਚੇ ਆਪਣੀ ਮਾਂ ਦਾ ਪੱਲੂ ਫੜ ਕੇ ਕਈ ਵਾਰੀ ਖਿੱਚਦੇ ਆ ਨਾ, ਅਤੇ ਆਪ ਪਿੱਛੇ ਪਿੱਛੇ ਹੁੰਦੇ ਜਾਂਦੇ ਆ ਵੀ ਮਾਂ ਰੁਕ ਜਾਵੇ ਉਹਨਾਂ ਕੋਲ ਜਾਂ ਉਹਨਾਂ ਦੇ ਕੋਲ ਆ ਜਾਵੇ।
ਉਸੇ ਤਰ੍ਹਾਂ ਕਵੀ ਕਹਿੰਦਾ ਮੈਂ ਸਮੇਂ ਨੂੰ ਰੋਕਣ ਦੀ, ਸਮੇਂ ਨੂੰ ਖਿੱਚ ਕੇ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਸਮੇਂ ਨੇ ਆਪਣੀ ਕੰਨੀ ਮਤਲਬ ਆਪਣਾ ਪੱਲਾ ਛੁਡਵਾ ਕੇ ਅੱਗੇ ਅੱਗੇ ਖਿਸਕਦਾ ਗਿਆ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ। ਮੈਂ ਸਮੇਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਰੋਕ ਸਕਿਆ। ਕਿਵੇਂ ਨਾ ਸਕੀ ਰੋਕ, ਕਿਸੇ ਵੀ ਤਰ੍ਹਾਂ ਨਹੀਂ ਰੋਕ ਸਕਿਆ। ਅਟਕ ਜੋ ਪਾਈ, ਇਸ ਤੋਂ ਬਾਅਦ ਹੈ ਕੌਮਾ। ਤਾਂ ਮੈਂ ਜੋ ਵੀ ਸਮੇਂ ਦੇ ਅੱਗੇ ਅਟਕ ਮਤਲਬ ਰੁਕਾਵਟ ਪਾਈ, ਸਮੇਂ ਨੇ ਉਹ ਪੰਨੀ, ਸਮੇਂ ਨੇ ਉਸਨੂੰ ਤੋੜ ਦਿੱਤਾ, ਉਸ ਰੁਕਾਵਟ ਨੂੰ ਖਤਮ ਕਰ ਦਿੱਤਾ ਅਤੇ ਸਮਾਂ ਅੱਗੇ ਹੀ ਅੱਗੇ ਤੁਰਦਾ ਚਲਾ ਗਿਆ। ਤਾਂ ਇਹਨਾਂ ਲਾਈਨਾਂ 'ਚੋਂ ਸਾਨੂੰ ਪਤਾ ਲੱਗਦਾ ਹੈ ਕਿ ਹਰ ਵਿਅਕਤੀ ਸਮੇਂ ਨੂੰ ਰੋਕ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਉਸਨੂੰ ਲੱਗਦਾ ਹੈ ਵੀ ਮੈਂ ਸਮੇਂ ਨੂੰ ਰੋਕ ਲੂੰਗਾ, ਕੋਈ ਗੱਲ ਨਹੀਂ, ਹੁਣ ਨਹੀਂ, ਮੈਂ ਫਿਰ ਕੰਮ ਕਰ ਲੂੰਗਾ, ਪਰ ਸਮਾਂ ਕਿਸੇ ਲਈ ਨਹੀਂ ਰੁਕਦਾ। ਹੁਣ ਅਗਲੀਆਂ ਲਾਈਨਾਂ ਆਪਾਂ ਵੇਖਦੇ ਹਾਂ। ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਹੁਣ ਇਹਨਾਂ ਲਾਈਨਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਜਿਹੜਾ ਸਮਾਂ, ਉਸਦਾ ਵੇਗ ਮਤਲਬ ਉਸਦੀ ਚਾਲ, ਉਸਦੀ ਗਤੀ, ਤ੍ਰਿਖੇ ਮਤਲਬ ਤਿੱਖੇ, ਬਹੁਤ ਤਿੱਖੇ, ਤੇਜ਼ ਹਨ। ਤਾਂ ਸਮੇਂ ਦੀ ਚਾਲ ਬਹੁਤ ਜ਼ਿਆਦਾ ਤੇਜ਼ ਹੈ। ਗਿਆ ਟੱਪ ਬੰਨੇ ਬੰਨੀ, ਸਮਾਂ ਸਾਰੇ ਬੰਨੇ ਬੰਨੀ ਮਤਲਬ ਹੱਦ ਬੰਨੇ ਸਾਰੇ ਟੱਪ ਕੇ ਚਲਾ ਗਿਆ। ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡਣ ਦਾ ਜਾਵਦਾ। ਤਾਂ ਇਹਨਾਂ ਲਾਈਨਾਂ ਵਿੱਚ ਹੁਣ ਕਵੀ ਮਨੁੱਖ ਨੂੰ ਸੁਚੇਤ ਕਰ ਰਿਹਾ ਹੈ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਵੀ ਤੂੰ ਇਸ ਸਮੇਂ ਨੂੰ ਹੁਣੇ ਹੀ ਸੰਭਾਲ ਲੈ ਚੰਗੀ ਤਰ੍ਹਾਂ। ਹੁਣ ਮਤਲਬ ਜੋ ਵਰਤਮਾਨ ਹੈ, ਜੋ ਤੁਹਾਡੇ ਹੱਥ ਵਿੱਚ ਹੈ, ਇਸ ਸਮੇਂ ਨੂੰ, ਇਸ ਵਰਤਮਾਨ ਨੂੰ ਸੰਭਾਲ ਲੈ। ਕਰ ਸਫਲ ਉਡਣ ਦਾ ਜਾਵਦਾ, ਇਹ ਨਹੀਂ ਤਾਂ ਨਿਰੰਤਰ ਤੁਰਦਾ ਜਾ ਰਿਹਾ, ਉੱਡਦਾ ਜਾ ਰਿਹਾ, ਮਤਲਬ ਤੁਹਾਡੇ ਤੋਂ ਦੂਰ ਜਾਂਦਾ ਜਾ ਰਿਹਾ। ਅਸੀਂ ਸਿਰਫ ਇੱਕ ਹੀ ਸਮੇਂ ਨੂੰ ਪ੍ਰਯੋਗ ਕਰ ਸਕਦੇ ਹਾਂ ਜੋ ਕਿ ਵਰਤਮਾਨ ਹੈ, ਜੋ ਕਿ ਪ੍ਰੈਜ਼ੈਂਟ ਹੈ। ਨਾ ਤਾਂ ਅਸੀਂ ਪਿਛਲੇ ਸਮੇਂ ਨੂੰ ਆਪਣੇ ਵੱਲ ਖਿੱਚ ਸਕਦੇ ਹਾਂ, ਨਾ ਹੀ ਭਵਿੱਖ ਨੂੰ ਆਪਣੇ ਵੱਲ ਖਿੱਚ ਕੇ ਬਣ ਸਕਦੇ ਹਾਂ। ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਸਮਾਂ ਜਿਹੜਾ ਹੈ ਉਹ ਰੁਕਣਾ ਨਹੀਂ ਜਾਣਦਾ, ਇਸ ਨੂੰ ਨਹੀਂ ਪਤਾ ਵੀ ਕਿਸ ਤਰ੍ਹਾਂ ਰੁਕੀਦਾ। ਅਤੇ ਜਿਹੜਾ ਸਮਾਂ ਇੱਕ ਵਾਰੀ ਲੰਘ ਜਾਵੇ, ਲੰਘ ਗਿਆ ਨਾ ਮੁੜ ਕੇ ਆਉਂਦਾ। ਜਿਹੜਾ ਸਮਾਂ ਇੱਕ ਵਾਰੀ ਲੰਘ ਜਾਵੇ ਉਹ ਕਦੀ ਵੀ ਮੁੜ ਕੇ ਨਹੀਂ ਆਉਂਦਾ। ਤਾਂ ਇਸ ਕਵਿਤਾ 'ਚੋਂ ਸਾਨੂੰ ਸਮੇਂ ਦਾ ਮਹੱਤਵ ਪਤਾ ਲੱਗ ਰਿਹਾ ਹੈ ਕਿ ਕਿਸ ਤਰ੍ਹਾਂ ਸਮਾਂ ਨਿਰੰਤਰ ਚੱਲਦਾ ਰਹਿੰਦਾ ਹੈ। ਜਿਹੜਾ ਮਰਜ਼ੀ, ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਏ, ਚਾਹੇ ਖਿੱਚ ਕੇ ਕੋਸ਼ਿਸ਼ ਕਰ ਲਏ, ਚਾਹੇ ਮਿੰਨਤਾਂ ਤਰਲੇ ਕਰ ਲਵੇ, ਸਮੇਂ ਨੇ ਨਹੀਂ ਰੁਕਣਾ। ਤੁਸੀਂ ਜਿਹੜੀ ਮਰਜ਼ੀ ਰੁਕਾਵਟ ਪਾ ਕੇ ਵੇਖ ਲਓ ਸਮੇਂ ਅੱਗੇ, ਸਮੇਂ ਨੇ ਤੁਰਦਾ ਹੀ ਜਾਣਾ ਹੈ। ਇਸ ਕਰਕੇ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਜੋ ਸਮਾਂ ਇਸ ਸਮੇਂ ਸਾਡੇ ਕੋਲ ਹੈ, ਪ੍ਰੈਜ਼ੈਂਟ, ਵਰਤਮਾਨ ਸਾਡਾ, ਉਸਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਸਦਉਪਯੋਗ, ਉਸਦਾ ਮਤਲਬ ਉਸਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ, ਤਾਂ ਜੋ ਬਾਅਦ ਵਿੱਚ ਸਾਨੂੰ ਪਛਤਾਉਣਾ ਨਾ ਪਵੇ। ਤਾਂ ਇਹ ਸਾਡੀ ਕਵਿਤਾ ਸਮਾਂ। ਹੁਣ ਅਸੀਂ ਇਸ ਕਵਿਤਾ ਦਾ ਅਭਿਆਸ ਹੱਲ ਕਰਾਂਗੇ। ਅਭਿਆਸ ਵਿੱਚ ਪਹਿਲਾ ਪ੍ਰਸ਼ਨ ਹੈ, ਭਾਈ ਵੀਰ ਸਿੰਘ ਨੇ ਸਮੇਂ ਬਾਰੇ ਕੀ ਕਿਹਾ ਹੈ? ਤਾਂ ਇਸ ਦਾ ਉੱਤਰ ਅਸੀਂ ਦੇ ਸਕਦੇ ਹਾਂ। ਭਾਈ ਵੀਰ ਸਿੰਘ ਨੇ ਕਿਹਾ ਹੈ ਕਿ ਸਮਾਂ ਬਹੁਤ ਬਲਵਾਨ ਹੈ, ਇਹ ਕਦੀ ਵੀ ਨਹੀਂ ਰੁਕਦਾ ਅਤੇ ਨਾ ਹੀ ਇਸ ਨੂੰ ਕਿਸੇ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ। ਜਿਹੜਾ ਸਮਾਂ ਇੱਕ ਵਾਰੀ ਬੀਤ ਜਾਂਦਾ ਉਹ ਵਾਪਿਸ ਨਹੀਂ ਆਉਂਦਾ। ਇਸ ਕਰਕੇ ਸਾਨੂੰ ਵਰਤਮਾਨ ਸਮੇਂ ਦਾ ਪੂਰਾ ਸਹੀ ਉਪਯੋਗ ਕਰਨਾ ਚਾਹੀਦਾ ਹੈ। ਅਗਲਾ ਪ੍ਰਸ਼ਨ ਹੈ, ਕਵੀ ਕਿਸ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ? ਤਾਂ ਇਸ ਦਾ ਉੱਤਰ ਹੈ, ਕਵੀ ਸਮੇਂ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਤੋਂ ਅਗਲਾ ਪ੍ਰਸ਼ਨ ਹੈ, ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ? ਤਾਂ ਇਸ ਦਾ ਉੱਤਰ ਹੈ, ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ ਅਤੇ ਸਮੇਂ ਨੂੰ ਵਿਅਰਥ ਜਾਂ ਫਾਲਤੂ ਨਹੀਂ ਗਵਾਉਣਾ ਚਾਹੀਦਾ। ਅਗਲਾ ਸਾਡੇ ਕੋਲ ਪ੍ਰਸ਼ਨ ਹੈ, ਕਵੀ ਸਮੇਂ ਨੂੰ ਰੋਕਣ ਲਈ ਕੀ ਯਤਨ ਕਰਦਾ ਹੈ? ਤਾਂ ਕਵੀ ਸਮੇਂ ਨੂੰ ਰੋਕਣ ਲਈ ਸਮੇਂ ਦੀਆਂ ਮਿੰਨਤਾਂ ਕਰਦਾ ਹੈ, ਤਰਲੇ ਮਿੰਨਤਾਂ ਕਰਦਾ ਹੈ, ਉਸ ਨੂੰ ਫੜ ਕੇ ਆਪਣੇ ਵੱਲ ਖਿੱਚਣ ਦਾ ਵੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਇਲਾਵਾ ਉਹ ਹੋਰ ਵੀ ਬਹੁਤ ਸਾਰੀਆਂ ਰੁਕਾਵਟਾਂ ਪਾਉਂਦਾ ਹੈ, ਪਰ ਸਮਾਂ ਨਹੀਂ ਰੁਕਦਾ। ਸਾਡੇ ਕੋਲ ਆਖਰੀ ਪ੍ਰਸ਼ਨ ਹੈ, ਕਵਿਤਾ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਤਾਂ ਤੁਸੀਂ ਜਿਹੜੀ ਕਵਿਤਾ ਹੁਣ ਸੁਣੀ ਹੈ, ਉਸਦੇ ਅਰਥ ਸਮਝੇ ਨੇ, ਤੁਸੀਂ ਆਪਣੇ ਸ਼ਬਦਾਂ ਵਿੱਚ ਵੀ ਇਸ ਦਾ ਸਾਰ ਲਿਖ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਇਸ ਕਵਿਤਾ ਵਿੱਚ ਜੋ ਟਿੱਪਣੀ ਰੂਪ ਵਿੱਚ ਇਸ ਕਵਿਤਾ ਦਾ ਛੋਟਾ ਸਾਰ ਕਿਤਾਬ ਵਿੱਚ ਹੀ ਦਿੱਤਾ ਗਿਆ ਹੈ, ਉਸ ਨੂੰ ਵੀ ਤੁਸੀਂ ਇਸ ਕਵਿਤਾ ਦੇ ਸੰਖੇਪ ਸਾਰ ਵਿੱਚ ਲਿਖ ਸਕਦੇ ਹੋ, ਜਿਸ ਵਿੱਚ ਕਿ ਲਿਖਿਆ ਹੋਇਆ ਹੈ, ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਵਿੱਚ ਸਮੇਂ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ।
ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਵਿੱਚ ਸਮੇਂ ਦੇ ਨਿਰੰਤਰ ਚੱਲਣ ਵਾਲੇ ਲੱਛਣ ਬਾਰੇ ਵਿਚਾਰ ਕੀਤੀ ਹੈ। ਕਵੀ ਦਾ ਮਤ ਹੈ ਕਿ ਸਮੇਂ ਨੂੰ ਕਿਸੇ ਵੀ ਤਰੀਕੇ ਨਾਲ ਰੋਕਿਆ ਨਹੀਂ ਜਾ ਸਕਦਾ। ਸਮਾਂ ਹਰ ਰੁਕਾਵਟ ਨੂੰ ਤੋੜ ਕੇ ਆਪਣੀ ਗਤੀ ਨਾਲ ਅੱਗੇ ਵੱਧਦਾ ਰਹਿੰਦਾ ਹੈ। ਇਸ ਕਰਕੇ ਕਵੀ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਦਾ ਸੰਦੇਸ਼ ਦੇਣਾ ਚਾਹੁੰਦਾ ਹੈ। ਕਵਿਤਾ ਅਨੁਸਾਰ ਇੱਕ ਵਾਰ ਬੀਤਿਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ ਤੇ ਇਸ ਲਈ ਸਾਨੂੰ ਮਨੁੱਖ ਨੂੰ ਵਰਤਮਾਨ ਸਮੇਂ ਦਾ ਪੂਰਾ ਸਦਉਪਯੋਗ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਸਾਡਾ ਅਗਲਾ ਪ੍ਰਸ਼ਨ ਹੈ, ਹੇਠ ਲਿਖੀਆਂ ਸਤਰਾਂ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਤੇ ਸਤਰਾਂ ਹਨ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਵਦਾ, ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਤਾਂ ਇਸ ਵਿੱਚੋਂ ਸਾਨੂੰ ਪਹਿਲਾ ਪ੍ਰਸ਼ਨ ਪੁੱਛਿਆ ਗਿਆ ਹੈ, ਹੱਥ ਵਿੱਚੋਂ ਕੌਣ ਨਿਕਲ ਰਿਹਾ ਹੈ? ਤਾਂ ਇਸ ਦਾ ਉੱਤਰ ਹੈ, ਹੱਥ ਵਿੱਚੋਂ ਸਮਾਂ ਨਿਕਲ ਰਿਹਾ ਹੈ। ਅਗਲਾ ਪ੍ਰਸ਼ਨ ਹੈ, ਸਮੇਂ ਨੂੰ ਕਿਸ ਦਾ ਵੱਲ ਨਹੀਂ ਆਉਂਦਾ? ਇਸ ਦਾ ਉੱਤਰ ਹੈ, ਸਮੇਂ ਨੂੰ ਰੁਕਣ ਦਾ ਵੱਲ ਨਹੀਂ ਆਉਂਦਾ। ਤਾਂ ਅਗਲਾ ਪ੍ਰਸ਼ਨ ਹੈ, ਉਪਰੋਕਤ ਸਤਰਾਂ ਵਿੱਚ ਕਵੀ ਦੇ ਮਨ ਵਿੱਚ ਕਿਸ ਤਰ੍ਹਾਂ ਦਾ ਡਰ ਹੈ? ਉਪਰੋਕਤ ਸਤਰਾਂ ਵਿੱਚ ਕਵੀ ਦੇ ਮਨ ਵਿੱਚ ਇਹ ਡਰ ਹੈ ਕਿ ਸਮਾਂ ਜਿਹੜਾ ਹੱਥੋਂ ਇੱਕ ਵਾਰੀ ਨਿਕਲ ਜਾਂਦਾ ਹੈ ਉਹ ਵਾਪਸ ਮੁੜ ਕੇ ਨਹੀਂ ਆਉਂਦਾ। ਇਸ ਤੋਂ ਅੱਗੇ ਹਨ, ਹੇਠ ਲਿਖੀਆਂ ਕਾਵ ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਸਤਰਾਂ ਹਨ, ਰਹੀ ਵਾਸਤੇ ਕਤ, ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ। ਤਾਂ ਇਸ ਦਾ ਪ੍ਰਸੰਗ ਆਵੇਗਾ, ਇਹ ਕਾਵ ਸਤਰਾਂ ਸਾਡੀ ਪੰਜਾਬੀ ਪਾਠ ਪੁਸਤਕ ਸਾਹਿਤਕ ਕਿਰਨਾਂ ਭਾਗ ਵਿੱਚ ਇੱਕ ਵਿੱਚੋਂ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਸਮਾਂ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਸਮੇਂ ਦੇ ਮਹੱਤਵ ਅਤੇ ਉਸ ਨੂੰ ਵਿਅਰਥ ਨਾ ਗਵਾਉਣ ਬਾਰੇ ਸਾਨੂੰ ਸੰਦੇਸ਼ ਦਿੰਦਾ ਹੈ। ਇਸ ਤੋਂ ਬਾਅਦ ਵਿਆਖਿਆ ਲਈ ਤੁਸੀਂ ਇਸ ਕਵਿਤਾ ਦੀ ਜੋ ਮੈਂ ਤੁਹਾਡੇ ਸਾਹਮਣੇ ਅਰਥ ਕੀਤੇ ਸਨ ਉਸ ਵਿੱਚੋਂ ਸੁਣ ਕੇ ਆਪ ਵੀ ਵਿਆਖਿਆ ਲਿਖ ਸਕਦੇ ਹੋ ਤੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਵੀ ਦੱਸ ਦਿੰਦੀ ਹਾਂ। ਤਾਂ ਇਹਨਾਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਮੈਂ ਸਮੇਂ ਦੀਆਂ ਬਹੁਤ ਮਿੰਨਤਾਂ ਕੀਤੀਆਂ, ਬਹੁਤ ਤਰਲੇ ਕੀਤੇ, ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਮਾਂ ਨਾ ਰੁਕਿਆ, ਸਮੇਂ ਨੇ ਮੇਰੀ ਇੱਕ ਵੀ ਗੱਲ ਨਾ ਮੰਨੀ। ਮੈਂ ਫੜ ਫੜ ਕੇ ਸਮੇਂ ਦੀ ਕੰਨੀ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਉਸਦੇ ਪੱਲੇ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਸਮਾਂ ਆਪਣਾ ਪੱਲਾ ਛੁਡਵਾ ਕੇ ਮੇਰੇ ਹੱਥੋਂ ਖਿਸਕਦਾ ਗਿਆ। ਇਸ ਤੋਂ ਬਾਅਦ ਇਸ ਪਾਠ ਪੁਸਤਕ ਵਿੱਚ ਕਵੀ ਦੀ ਇੱਕ ਹੋਰ ਕਵਿਤਾ ਦਿੱਤੀ ਗਈ ਹੈ ਜੋ ਕਿ ਹੁਣ ਤੁਹਾਡੇ ਸਿਲੇਬਸ ਵਿੱਚ ਨਹੀਂ ਹੈ, ਟੁਕੜੀ ਜੱਗ ਤੋਂ ਨਿਆਰੀ, ਇਸ ਕਰਕੇ ਅਸੀਂ ਇਹ ਨਹੀਂ ਕਰ ਰਹੇ। ਤੇ ਉਸ ਤੋਂ ਬਾਅਦ ਅਭਿਆਸ ਵਿੱਚ ਆਓ ਕੁਝ ਹੋਰ ਕਰੀਏ ਅਧੀਨ ਸਾਡੇ ਕੋਲ 5 ਪ੍ਰਸ਼ਨ ਨੇ, ਜਿਸ ਵਿੱਚੋਂ ਕਿ 2 ਪ੍ਰਸ਼ਨ ਇਸ ਸਮਾਂ ਕਵਿਤਾ ਨਾਲ ਸੰਬੰਧਿਤ ਹਨ। ਅਸੀਂ ਉਹ ਡਿਸਕਸ ਕਰ ਲੈਂਦੇ ਹਾਂ, ਜਿਸ ਵਿੱਚ ਕਿ ਪਹਿਲਾ ਹੈ, ਤੁਸੀਂ ਆਪਣੇ ਸਮੇਂ ਦਾ ਸਦਉਪਯੋਗ ਕਿਵੇਂ ਕਰਦੇ ਹੋ? ਹਫਤੇ ਦਾ ਆਪਣਾ ਪੂਰਾ ਪ੍ਰੋਗਰਾਮ ਬਣਾ ਕੇ ਸਮਝਾਓ। ਤਾਂ ਇੱਥੇ ਤੁਸੀਂ ਦੱਸਣਾ ਹੈ ਕਿ ਤੁਸੀਂ ਆਪਣਾ ਸਮਾਂ ਸਹੀ ਤਰ੍ਹਾਂ ਕਿਵੇਂ ਪ੍ਰਯੋਗ ਕਰਦੇ ਹੋ। ਤੁਸੀਂ ਆਪਣੇ ਪੂਰੇ ਹਫਤੇ ਦਾ ਇੱਕ ਪ੍ਰੋਗਰਾਮ ਬਣਾ ਕੇ, ਮਤਲਬ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਟਾਈਮ ਟੇਬਲ, ਉਹ ਬਣਾ ਕੇ ਤੁਸੀਂ ਇਸ ਚੀਜ਼ ਨੂੰ, ਇਸ ਪ੍ਰਸ਼ਨ ਦਾ ਉੱਤਰ ਦੇਣਾ ਹੈ ਕਿ ਮੈਂ ਸਵੇਰੇ ਉੱਠ ਕੇ ਸੋਮਵਾਰ ਨੂੰ ਕੀ ਕਰਦਾ, ਮੰਗਲਵਾਰ ਨੂੰ ਕੀ ਕਰਦਾ ਹਾਂ, ਬੁੱਧਵਾਰ ਨੂੰ ਕੀ ਕਰਦਾ ਹਾਂ, ਜਾਂ ਅਗਰ ਤੁਸੀਂ ਉਹੀ ਚੀਜ਼ ਹਰ ਰੋਜ਼ ਕਰ ਰਹੇ ਹੋ ਤਾਂ ਵੀ ਤੁਸੀਂ ਉਸ ਨੂੰ ਪੂਰਾ ਦੱਸਣਾ ਹੈ। ਇਸ ਤੋਂ ਬਾਅਦ ਜਿਹੜਾ 5ਵਾਂ ਪ੍ਰਸ਼ਨ ਹੈ ਉਹ ਤੁਹਾਡੇ ਇਸ ਕਵਿਤਾ ਨਾਲ ਸੰਬੰਧਿਤ ਹੈ। ਫਰਜ਼ ਕਰੋ ਤੁਸੀਂ ਸਮੇਂ ਦੀ ਸਾਂਭ ਸੰਭਾਲ ਉੱਪਰ ਕੋਈ ਭਾਸ਼ਣ ਦੇਣਾ ਹੈ, ਤੁਸੀਂ ਇਹ ਕਿਵੇਂ ਕਰੋਗੇ? ਲਿਖ ਕੇ ਸਮਝਾਓ। ਤਾਂ ਤੁਸੀਂ ਇੱਕ ਭਾਸ਼ਣ, ਜਿਸ ਨੂੰ ਸਪੀਚ ਕਹਿੰਦੇ ਨੇ, ਜਿਸ ਨਾਲ ਕਿ ਤੁਸੀਂ ਦੂਸਰਿਆਂ ਨੂੰ ਵੀ ਇਸ ਗੱਲ ਲਈ ਮੋਟੀਵੇਟ ਕਰ ਸਕੋ ਕਿ ਸਮੇਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ, ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਤਾਂ ਤੁਸੀਂ ਇਹ ਭਾਸ਼ਣ ਵਿੱਚ ਕੀ ਕੁਝ ਲਿਖੋਗੇ? ਤੁਸੀਂ ਇਹ ਭਾਸ਼ਣ ਲਿਖਣਾ ਹੈ ਜਿਸ ਨੂੰ ਕਿ ਤੁਸੀਂ ਕਿਸੇ ਨੂੰ ਹੋਰ ਨੂੰ ਵੀ ਸਮਝਾ ਸਕੋ। ਤਾਂ ਉਸ ਵਿੱਚ ਤੁਸੀਂ ਦੱਸੋਗੇ ਕਿ ਸਮਾਂ ਕਿਉਂ ਨਹੀਂ ਗਵਾਉਣਾ ਚਾਹੀਦਾ, ਸਮਾਂ ਗਵਾਉਣ ਦੇ ਕੀ ਨੁਕਸਾਨ ਹੁੰਦੇ ਨੇ, ਜਿਹੜੇ ਲੋਕ ਸਮਾਂ ਗਵਾਉਂਦੇ ਉਹਨਾਂ ਨਾਲ ਕੀ ਹੁੰਦਾ ਹੈ, ਤੇ ਸਮਾਂ ਸੰਭਾਲ ਕੇ ਰੱਖਣ ਦੇ ਕੀ ਲਾਭ ਹੁੰਦੇ ਹਨ। ਇਸ ਤੋਂ ਬਾਅਦ ਹਨ ਸਾਡੇ ਕੋਲ ਪਾਠ ਦੇ ਆਧਾਰ 'ਤੇ ਠੀਕ ਜਾਂ ਗਲਤ ਦੇ ਨਿਸ਼ਾਨ ਲਗਾਓ। ਇਸ ਵਿੱਚ ਦੋਹਾਂ ਕਵਿਤਾਵਾਂ ਦੇ ਪ੍ਰਸ਼ਨ ਹਨ। ਤੁਸੀਂ ਚਾਹੋ ਤਾਂ ਸਿਰਫ ਸਮਾਂ ਕਵਿਤਾ ਨਾਲ ਸੰਬੰਧਿਤ ਪ੍ਰਸ਼ਨ ਕਰ ਸਕਦੇ ਹੋ, ਪਰ ਕਿਉਂਕਿ ਬਿਲਕੁਲ ਛੋਟੇ ਹਨ ਤਾਂ ਦੋਹਾਂ ਦੇ ਵੀ ਕਰਨ ਵਿੱਚ ਕੋਈ ਹਰਜ਼ ਨਹੀਂ। ਮੈਂ ਤੁਹਾਨੂੰ ਸਾਰਿਆਂ ਦੇ ਉੱਤਰ ਦੱਸ ਦੇਵਾਂਗੀ। ਇਸ ਵਿੱਚ ਪਹਿਲਾ ਹੈ, ਸਮਾਂ ਰੁਕਣ ਦੀ ਜਾਂਚ ਨਹੀਂ ਜਾਣਦਾ। ਇਹ ਬਿਲਕੁਲ ਸਹੀ ਹੈ। ਅੱਗੇ ਹੈ, ਸੋਹਣੀ ਨੇ ਮੁੱਠੀ ਵਿਚਲੀ ਵਸਤੂ ਅਸਮਾਨ ਵੱਲ ਸੁੱਟ ਦਿੱਤੀ। ਇਹ ਗਲਤ ਹੈ, ਉਸਨੇ ਧਰਤੀ ਵੱਲ ਸੁੱਟੀ। ਅੱਗੇ ਹੈ, ਕੁਦਰਤ ਦੇਵੀ ਨੇ ਹੌਲੀ ਹੌਲੀ ਚੱਲ ਕੇ ਮੁੱਠ ਭਰੀ। ਇਹ ਵੀ ਗਲਤ ਹੈ, ਉਸਨੇ ਭੱਜ ਕੇ ਮੁੱਠ ਭਰੀ। ਅੱਗੇ ਹੈ, ਅਰਸ਼ਾਂ ਦਾ ਨਜ਼ਾਰਾ ਬਹੁਤ ਸੁੰਦਰ ਸੀ। ਇਹ ਬਿਲਕੁਲ ਸਹੀ ਹੈ। ਤੇ ਆਖਰੀ ਹੈ, ਅਸਮਾਨੀ ਛੂਹ ਕਾਰਨ ਧਰਤੀ ਸੁੰਦਰ ਬਣ ਗਈ। ਇਹ ਵੀ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਹਨ ਸਾਡੇ ਕੋਲ ਖਾਲੀ ਥਾਵਾਂ ਭਰੋ, ਜਿਸ ਵਿੱਚ ਕਿ ਪਹਿਲਾ ਖਾਲੀ ਸਥਾਨ ਹੈ,
समय नूं डैश नहीं रखिया जा सकता, इस विच आएगा फड़ के। अगला है डैश हथ विचों खिसकदा जांदा है, इस विच आएगा समा। तीसरा वाक है समय के सामने डैश पाउण दा कोई फायदा नहीं है, तरले पाउण दा कोई फायदा नहीं है। चौथा है हथों निकलते समय दी डैश नाल इसनूं सफल बनाउणा चाहिदा है, वरतों नाल इसनूं सफल बनाउणा चाहिदा है। ते आखिरी खाली स्थान है कश्मीर डैश नज़ारियां दी धरती है, कश्मीर कुदरती नज़ारियां दी धरती है। इस तो बाद साडे कोल हन विरोधी शब्द लिखो, जिस विच कि पहला शब्द है वेग, जिसका विरोधी शब्द बनेगा अवेग जां गतिहीन। अगे है तरीक, तरीक मतलब अपने वाल खिंचना, तो इसका विरोधी शब्द बनेगा तक, मतलब दूर नूं तकना। उस तो बाद है अटक, अटक मतलब रोक, तो इसका आएगा बेरोक। उस तो बाद है संभाल, तो इसका विरोधी शब्द आएगा गुआ। अगला शब्द है सोनी, जिसका विरोधी शब्द आएगा पैड़ी। अगला शब्द है मिठियाँ, जिसका विरोधी शब्द आएगा कौड़ियाँ जां खट्टियाँ। उस तो बाद है परना, जिसका विरोधी शब्द आएगा डोलना जां खाली करना। ते आखिरी साडे कोल शब्द है धुप, जिसका विरोधी शब्द होवेगा छां। इस तो बाद साडे कोल हन समानार्थक शब्द लिखो, जिस विच कि पहला शब्द है मिठियाँ, तो मिठियाँ का समानार्थक शब्द हो सकता है रसीलियाँ जां स्वादलियाँ। अगे है सुंदर, सुंदर का समानार्थक शब्द सोहना खूबसूरत। अगे है आसमान, आसमान का समानार्थक शब्द आकाश गगन अंबर। उस तो बाद साडे कोल है वेग, वेग के समानार्थक शब्द हो सकते हैं गति ते चाल। इस तो बाद साडा आखिरी प्रश्न है समय नूं वेला भी आख्या जाता है, इसनूं होर किहड़े नावां नाल पुकारिया जाता है। तो ये भी असी असल विच समय के समानार्थक शब्द ही दसने हैं कि होर किहड़े इहो जिहे शब्द हैं जिहड़े कि समय शब्द का इक्को जिहा अर्थ रखते हैं। तो इस विच असी लिख सकते हैं कि समय नूं वक्त, घड़ी, पहर आदि भी कहा जाता है। तो बेटा यह है तुहाडा पाठ समा। मैनूं उम्मीद है कि तुहानूं ये कविता समझ आई, तुसीं समय का सदउपयोग करना भी जरूर सीखोगे। मैनूं उम्मीद है कि तुहाडे चों बहुत बच्चे पहलां ही समय का सदउपयोग करते हैं, तो जिहड़े नहीं भी करते वो हुण तो करना शुरू कर देणगे। ते नाल ही तुसीं इस वीडियो की सहायता नाल इस कविता का अभ्यास भी बहुत आसानी नाल हल कर लवोगे। तुहाडी अगली कविता लैके मैं बहुत जल्दी हाजिर होवांगी। उदों तक इस वीडियो नूं लाइक ते शेयर जरूर करो, तो यूट्यूब चैनल पंजाबी स्कूल नूं सबसक्राइब भी करो। मैनूं कमेंट्स विच जरूर दस्सिओ कि तुहानूं ये कविता किस तरह की लगी। रमनदीप कौर नूं दिओ इजाज़त। धन्नवाद।